यस कमेटी सिस्टम। ਤਾਂ ਕਮੇਟੀਜ਼ ਦੇ ਵਿੱਚ ਕੀ ਹੈ ਆਪਾਂ ਪਹਿਲਾਂ ਕਰਾਂਗੇ। ਦੇਖੋ ਕਮੇਟੀਜ਼ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਨੇ, ਪਾਰਲੀਮੈਂਟ ਦੀਆਂ ਕਮੇਟੀਆਂ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਨੇ, ਜਿਵੇਂ ਕਿ ਐਡ ਹੋਕ ਕਮੇਟੀ। ਐਡ ਹੋਕ ਕਮੇਟੀ ਦਾ ਮਤਲਬ ਹੁੰਦਾ ਠੇਕੇ ਤੇ ਕਮੇਟੀ ਬਣਾਈ ਗਈ ਹੈ। ਸੁਣ ਲਿਓ, ਜਸਟ ਸੁਣਨਾ। ਐਡ ਹੋਕ ਕਮੇਟੀ मतलब कि ਉਹ ਜਿਹੜੀ ਹੈ ਠੇਕੇ ਤੇ ਕਮੇਟੀ ਬਣਾਈ ਗਈ ਹੈ। ਇੱਕ ਹੁੰਦੀ ਹੈ ਜੁਆਇੰਟ ਪਾਰਲੀਮੈਂਟਰੀ ਕਮੇਟੀ, मतलब ਇਹ ਵੀ ਇੱਕ ਤਰ੍ਹਾਂ ਦੀ ਕੀ ਹੈ ਐਡ ਹੋਕ ਕਮੇਟੀ ਹੀ ਹੁੰਦੀ ਹੈ, ਜੁਆਇੰਟ ਪਾਰਲੀਮੈਂਟਰੀ ਕਮੇਟੀ। ਇੱਕ ਹੁੰਦੀ ਹੈ ਸਟੈਂਡਿੰਗ ਕਮੇਟੀ। ਸਟੈਂਡਿੰਗ ਕਮੇਟੀ ਉਹ ਹੁੰਦੀ ਹੈ ਜਿਸ ਦੇ ਵਿੱਚ ਕੀ ਹੈ ਈਦਰ ਇਲੈਕਟਡ ਬਾਈ ਦੀ ਹਾਊਸ or nominated by the presiding officer, speaker in the case of lok sabha, chairman in the rajya sabha, ਤੇ ਇਹ ਪਰਮਾਨੈਂਟ ਇਨ ਨੇਚਰ ਹੈ। ਕਿਹੜੀ ਸਟੈਂਡਿੰਗ ਕਮੇਟੀ। ਤਾਂ ਮੈਂ ਤੁਹਾਨੂੰ ਪਹਿਲੇ ਨੰਬਰ ਤੇ ਬੋਲੀ ਹੈ ਐਡ ਹੋਕ ਕਮੇਟੀ, ਦੂਜੇ ਨੰਬਰ ਤੇ ਜੁਆਇੰਟ ਪਾਰਲੀਮੈਂਟਰੀ। ਐਡ ਹੋਕ ਕਮੇਟੀ ਦੇ ਨੀਚੇ ਹੀ ਆ ਜਾਂਦੀ ਹੈ ਕਿਹੜੀ ਜੁਆਇੰਟ ਪਾਰਲੀਮੈਂਟਰੀ ਕਮੇਟੀ, ਤੇ ਦੂਜੇ ਨੰਬਰ ਤੇ ਹੁੰਦੀ ਹੈ ਸਟੈਂਡਿੰਗ ਕਮੇਟੀ। देखो मैं अपने तरीके ਨਾਲ ਤੁਹਾਨੂੰ ਮੈਂ ਐਕਸਪਲੇਨ ਕਰ ਦੇਣਾ ਜਿਹੜਾ ਕਿ ਤੁਹਾਨੂੰ ਬੈਟਰ ਨੂੰ ਪਤਾ ਲੱਗ ਜਾਊਗਾ। ਸਭ ਕਮੇਟੀ ਸਿਸਟਮ ਦੇ ਵਿੱਚ ਪਹਿਲਾਂ ਸੁਭਾ ਰਹੇ ਹਾਂ ਐਡ ਹੋਕ ਕਮੇਟੀ। ਇਸ ਐਡ ਹੋਕ ਕਮੇਟੀ ਦੇ ਅੰਡਰ ਰਾਈਟ ਕਿਹੜੀ ਆਉਂਦੀ ਹੈ ਜੁਆਇੰਟ ਪਾਰਲੀਮੈਂਟਰੀ ਕਮੇਟੀ। ਜਿਹਨੂੰ JPC ਕਹਿੰਦੇ। ਇਸ ਤੋਂ ਬਾਅਦ ਆਉਂਦੀ ਹੈ स्टैंडिंग कमेटी। ਇਹ ਸਟੈਂਡਿੰਗ ਕਮੇਟੀ ਪਰਮਾਨੈਂਟ ਹੁੰਦੀ ਹੈ ਇਨ ਨੇਚਰ, मतलब परमानेंट इन नेचर ਹੁੰਦੀ ਹੈ ਇਹ। ਇਸ ਦੇ ਵਿੱਚ ਜਾਂ ਤਾਂ ਮੈਂਬਰ ਹੁੰਦੇ ਨੇ ਇਲੈਕਟਡ ਜਾਂ ਫਿਰ ਨੋਮੀਨੇਟ ਕੀਤੇ ਜਾਂਦੇ ਨੇ ਲੋਕ ਸਭਾ ਦਾ ਸਪੀਕਰ ਤੇ ਰਾਜ ਸਭਾ ਦਾ ਚੇਅਰਮੈਨ। ਕਹਿਣ ਦਾ ਮਤਲਬ ਇਸ ਸਟੈਂਡਿੰਗ ਕਮੇਟੀ ਦੇ ਵਿੱਚ ਜਾਂ ਤਾਂ ਇਲੈਕਟਡ ਹੋਣਗੇ और ਜਾਂ ਫਿਰ ਨੋਮੀਨੇਟਡ ਹੁੰਦੇ ਨੇ। ਰਾਜ ਸਭਾ ਦਾ ਕੌਣ ਕਰਦਾ चेयरमैन। लोक सभा का कौन करता स्पीकर। एग्जांपल दे देना कि किहड़ियां-किहड़ियां कमेटियां होणगियां ਜਿਹੜੀਆਂ ਇਸ ਸਟੈਂਡਿੰਗ ਕਮੇਟੀ ਦੇ ਅੰਡਰ ਆਉਂਦੀ ਆ। ਇਸ ਦੇ ਅੰਡਰ ਆਉਂਦੀਆਂ ਨੇ ਬਿਜ਼ਨਸ ਐਡਵਾਈਜ਼ਰੀ ਕਮੇਟੀ। ਬਿਜ਼ਨਸ ਐਡਵਾਈਜ਼ਰੀ ਕਮੇਟੀ। ਦੂਜੇ ਨੰਬਰ ਤੇ ਕਮੇਟੀ ਆਫ ਪ੍ਰਿਵਿलेजेस। कमेटी ऑफ प्रिविलेजेस मतलब कि विशेष अधिकार वाली कमेटी। एस्टीमेट कमेटी, पब्लिक अकाउंट्स कमेटी, पब्लिक अकाउंट्स कमेटी, कमेटी ऑन पब्लिक अंडरटेकिंग, कमेटी ऑन पब्लिक अंडरटेकिंग। तो देखो जी एस्टीमेट कमेटी, पब्लिक अकाउंट कमेटी, कमेटी ऑन पब्लिक अंडरटेकिंग। होर भी सुन लो जिहड़ी एससी ते एसटी दे कल्याणकारी कमेटी बनदी है। एससी ते एसटी वेलफेयर कमेटी ये भी स्टैंडिंग कमेटी है। आ सारी कमेटीज किसके अंडर आती। वुमेन एम्पावरमेंट वाली कमेटी भी इसके अंडर ही आओगी। ध्यान रखिए जिथे लेट जुटे ने गुड मॉर्निंग जी सारिਆਂ ਨੂੰ। ठीक है इंपॉर्टेंट टॉपिक है। तो मैं कमेटी सिस्टम तो दोबारा एक ਹੁੰਦੀ है ठेके ते कमेटी ज्वाइंट पार्लियामेंट्री कमेटी। ये परमानेंट नहीं होती, टैंपरेरी होती है।
ਜਿਹੜੀ ਸਟੈਂਡਿੰਗ ਕਮੇਟੀ ਹੁੰਦੀ ਹੈ ਇਹ ਪਰਮਾਨੈਂਟ ਹੁੰਦੀ ਹੈ, ਇਸ ਦੇ ਵਿੱਚ ਜਾਂ ਤਾਂ ਮੈਂਬਰ ਚੁਣੇ ਜਾਂਦੇ ਨੇ ਜਾਂ ਸੌਰੀ ਇਲੈਕਟ ਕੀਤੇ ਜਾਂਦੇ ਨੇ ਜਾਂ ਫਿਰ ਨੋਮੀਨੇਟ ਕਰਦਾ ਹੈ ਕੌਣ, ਰਾਜ ਸਭਾ ਦਾ ਚੇਅਰਮੈਨ, ਲੋਕ ਸਭਾ ਦਾ ਸਪੀਕਰ। ਤਾਂ ਜਿਹੜੀਆਂ ਆਪਾਂ ਅੱਗੇ ਜਾ ਕੇ ਕਰਾਂਗੇ ਨਾ ਫਾਈਨੈਂਸ਼ੀਅਲ ਕਮੇਟੀਜ਼, ਉਹ ਵੀ ਇਸ ਦੇ ਅੰਡਰ ਹੀ ਆਉਂਦੀਆਂ ਨੇ। ਤਾਂ ਇਹ ਪਰਮਾਨੈਂਟ ਕਮੇਟੀਜ਼ ਨੇ, ਜਿਵੇਂ ਕਿ ਐਸਟੀਮੇਟ ਕਮੇਟੀ, ਪਬਲਿਕ ਅਕਾਊਂਟ ਕਮੇਟੀ, ਕਮੇਟੀ ਔਨ ਪਬਲਿਕ ਅੰਡਰਟੇਕਿੰਗ, ਐਸਸੀ ਤੇ ਐਸਟੀ ਕਮੇਟੀ, ਵੂਮਨ ਇੰਪਾਵਰਮੈਂਟ ਕਮੇਟੀ। ਆ ਮੈਂ ਸਾਰੀ ਚੀਜ਼ਾਂ ਬੋਲੀਆਂ ਨੇ। बिजनेस एडवाइजरी कमेटी स्टार्टिंग से बोली सी, कमेटी ऑफ प्रिविलेजेस मतलब विशेष अधिकार वाली कमेटी। सो हुण आपां कर रहे हैं इस स्टैंडिंग कमेटी दे अंडर ही की आंदी है, इस स्टैंडिंग कमेटी दे अंडर की आंदी है फाइनेंशियल कमेटी। फाइनेंशियल कमेटी, फाइनेंशियल कमेटी दे विच मैं तुहानू लिखवाऊंगा पहले नंबर पे कमेटी ऑन एस्टिमेट। जे इस दे विचों क्वेश्चन राइज हुंदा ना तो ध्यान रखियो, नो वन अटेम्प्ट इजीली इसका जो जवाब है वो इजीली नहीं दे पाता, मतलब कि उसे कॉम्प्लिकेशन हो जाती है। तो एस्टीमेट कमेटी पहली बार बनी सी 1950 कदों बनी सी 1950 च, डाटा इंपोर्टेंट है। 1950 ਦੇ ਵਿੱਚ ਇਹ ਬਣੀ ਸੀ, ਜਿਸ ਦੇ ਵਿੱਚ ਮੈਂਬਰ ਹੁੰਦੇ ਨੇ 30 ਕਿੰਨੇ ਹੁੰਦੇ ਨੇ ਲੋਕ ਸਭਾ, ਲੋਕ ਸਭਾ ਦੇ ਇਸ ਦੇ ਵਿੱਚ 30 ਮੈਂਬਰ ਹੁੰਦੇ ਨੇ ਤੇ 1 ਸਾਲ ਵਾਸਤੇ ਬਣਦੀ ਹੈ। ਇਸ ਦੀ ਵੈਲਿਡਿਟੀ ਕਿੰਨੀ ਹੁੰਦੀ ਹੈ 1 ਸਾਲ ਹੁੰਦੀ ਹੈ। ਤਾਂ ਕੁੱਲ ਮਿਲਾ ਕੇ 1950 ਦੇ ਵਿੱਚ ਇਹ ਕਮੇਟੀ ਬਣੀ ਸੀ, ਪਹਿਲੀ ਵਾਰ 30 ਮੈਂਬਰ ਹੁੰਦੇ ਨੇ ਲੋਕ ਸਭਾ ਦੇ ਹੀ ਹੁੰਦੇ ਨੇ, मतलब कहने का मतलब ਜਿਹੜੀ पार्टी रूलिंग पार्टी ਹੁੰਦੀ ਹੈ ਨਾ ਉਸਦੇ ਮੈਂਬਰ ਦੀ ਜ਼ਿਆਦਾ ਹੁੰਦੇ ਨੇ। ਤਾਂ इट इज अ लार्जेस्ट कमेटी ऑफ द पार्लियामेंट पेपर ਦਾ क्वेश्चन ਹੈ ਪੰਜਾਬ ਦੇ एग्जाम ਚ ਰੀਸੈਂਟਲੀ ਆਇਆ ਸੀਗਾ ਕਿ लार्जेस्ट कमेटी ऑफ द पार्लियामेंट ਕਿਹੜੀ ਹੈ, कमेटी ऑन एस्टीमेट। यस एक एक करके सारी करांगे। तो गाइस ऐसे क्वेश्चन की बन गया, एक और क्वेश्चन बना रहे हैं थे लार्जेस्ट कमेटी है। देखो कितने क्वेश्चन बन गए, 4 तो 5 क्वेश्चन बन गए। यस 30 ਮੈਂਬਰ ਹੁੰਦੇ ਨੇ ਲੋਕ ਸਭਾ, ਬਾਕੀਆਂ ਚ ਕੀ ਹੋਣਗੇ 22 ਛੋਟੀ ਹੋ ਗਈਆਂ ਤੇ 80 ਹੋ ਗਈਆਂ। ਦੱਸਾਂਗਾ ਉਹ ਕੰਪੈਰੀਜ਼ਨ ਹੋ ਜਾਊਗਾ, ਐਕਸਪਲੇਨ ਕਰ ਦੂੰਗਾ मैं दोबारा। बस ध्यान रखियो जो भी मैं बोल रहा हूं उसके ऊपर फोकस, क्योंकि ये सारी क्लास मैं ਤੁਹਾਡੇ ਵਾਸਤੇ स्पेशल मौके ਤੇ स्पेशल टाइम ਤੇ ਵੀ ਕਰਦੀ ਹਾਂ। इस कमेटी का मेंबर कोई मिनिस्टर नहीं बन सकता, इस कमेटी का कोई मेंबर मिनिस्टर नहीं बन सकता। A minister cannot be elected as a member of this committee। Yes ਤੇ ਇਸ ਕਮੇਟੀ ਦੇ ਮੈਂਬਰਾਂ ਨੂੰ ਇਲੈਕਟ ਕੌਣ ਕਰਦਾ, ਨੋਮੀਨੇਟ ਕੌਣ ਕਰਦਾ, ਇਹ ਸਾਰੇ क्वेश्चंस ਨੇ ओवरऑल सारे ਦੇ ਸਾਰੇ क्वेश्चन। एस्टीमेट कमेटी का जो चेयरमैन होगा वो रूलिंग पार्टी का होगा, लिख ली हुई। एस्टीमेट कमेटी का जो चेयरमैन होगा वो रूलिंग पार्टी का होगा।
दूसरे नंबर पे पब्लिक अकाउंट्स, एक पब्लिक अकाउंट कमेटी सब लोग पुरानी कमेटी है ऐसे की लिखांगे ओल्डेस्ट। दूसरी नंबर ਤੇ क्वेश्चन ਕੀ ਬਣਾਵਾਂਗੇ ਇਹ ਕਦੋਂ ਬਣੀ ਸੀ ਪਹਿਲੀ ਵਾਰ 1921 ਦੇ ਵਿੱਚ 1921 ਦੇ ਵਿੱਚ ਤੇ ਇਸ ਦੇ ਵਿੱਚ 22 ਮੈਂਬਰ ਹੁੰਦੇ ਨੇ 22 ਦੇ ਵਿੱਚੋਂ 15 ਲੋਕ ਸਭਾ 7 ਰਾਜ ਸਭਾ ਆ ਕੁਐਸਚਨਸ ਨੇ ਇਹ ਕੁਐਸਚਨਸ ਨੇ ਇਸ ਦੇ ਵਿੱਚੋਂ 15 ਲੋਕ ਸਭਾ ਤੋਂ 7 ਰਾਜ ਸਭਾ ਦੇ ਵਿੱਚੋਂ ਇਹਨਾਂ ਦਾ ਚੇਅਰਮੈਨ ਕੌਣ ਅਪॉइंट ਕਰੇਗਾ इसका चेयरमैन कौन अपॉइंट करूंगा स्पीकर इसका चेयरमैन स्पीकर अपॉइंट करेगा इस कमेटी का आम तौर के ऊपर ना इसका जो चेयरमैन होता है वो ओपोजिशन पार्टी का होता रूलिंग पार्टी का नहीं ओपोजिशन पार्टी का होता लो जी क्वेश्चन होर बना पार्लीमेंट ਦੀਆਂ ਉਹ ਕਿਹੜੀਆਂ ਕਮੇਟੀਆਂ ਨੇ ਜਿਨ੍ਹਾਂ ਨੂੰ ਕਿ ਟਵਿਨ ਸਿਸਟਰ ਕਮੇਟੀ ਬੋਲਦੇ ਨੇ ਔਖੇ ਪੇਪਰ ਦਾ ਔਖਾ ਕੁਐਸਚਨ ਤਾਂ ਕਮੇਟੀ ਔਨ ਐਸਟੀਮੇਟ ਪਬਲਿਕ ਅਕਾਊਂਟ ਕਮੇਟੀ ਇਹ ਟਵਿਨ ਸਿਸਟਰ ਕਮੇਟੀਜ਼ ਨੇ ਜੁੜਵਾ ਭੈਣਾਂ ਨੇ ਕਿਉਂ ਇਹਨਾਂ ਦੇ ਜਿਹੜੇ ਕੰਮ ਨੇ ਉਹ ਲਗਭਗ ਸੇਮ ਨੇ ਹੁਣ ਦੋਨਾਂ ਦੇ ਨਾ ਆਪਾਂ ਕੋਲੈਕਟਿਵਲੀ ਪੁਆਇੰਟ ਸਮਝਾਂਗੇ ਤੇ ਲਿਖਾਂਗੇ ਜਿਹੜਾ ਕੁਝ ਰਹਿ ਗਿਆ ਬਾਕੀ ਮੈਂ ਕੱਲਾ ਕੱਲਾ ਲਿਖਵਾ ਚੁੱਕਿਆ ਤੁਹਾਨੂੰ ਸੁਣਿਓ ਗਾਇਸ ਪਬਲਿਕ ਅਕਾਊਂਟ ਕਮੇਟੀ ਤੇ ਐਸਟੀਮੇਟ ਕਮੇਟੀ ਤੁਹਾਨੂੰ ਪਤਾ ਲੱਗ ਗਿਆ ਟਵਿਨ ਸਿਸਟਰ ਨੇ ਇਹ ਬਣੀ ਸੀ 1950 ਦੇ ਵਿੱਚ ਇਹ ਬਣੀ ਸੀ 1921 ਦੇ ਵਿੱਚ ਇਹਦੇ ਵਿੱਚ ਲੋਕ ਸਭਾ ਦੇ 30 ਮੈਂਬਰ ਨੇ ਇਸ ਦੇ ਵਿੱਚ 22 ਮੈਂਬਰ ਨੇ 15 ਰਾਜ ਸਭਾ ਤੋਂ 7 15 7 ਲੋਕ ਸਭਾ ਤੋਂ 7 ਰਾਜ ਸਭਾ ਇਹਦਾ ਵੀ ਚੇਅਰਮੈਨ ਸਪੀकर अपॉइंट करेगा पर रूलिंग पार्टी का इसका भी स्पीकर अपॉइंट करेगा पर ओपोजिशन पार्टी का लार्जेस्ट पार्टी केड़ी है पार्लियामेंट दी ऊपरली है एस्टीमेट कमेटी ये सारे क्वेश्चंस ने आ लार्जेस्ट वाला भी क्वेश्चन आता ये भी क्वेश्चन आंदा इस तो बाद ट्विन सिस्टर वाला क्वेश्चन भी आंदा आए हुए ने ये दोने पार्लियामेंट दी कमेटियां ने they belong to a पर इस एस्टीमेट कमेटी ਦੇ ਵਿੱਚ ਮੈਂਬਰ ਓਨਲੀ ਨੇ ਕਹਿੰਦੇ ਉਹ ਕਿਹੜੀ ਕਮੇਟੀ ਹੈ ਜਿਸ ਦੇ ਵਿੱਚ ਸਾਰੇ ਦੇ ਸਾਰੇ ਮੈਂਬਰ ਲੋਕ ਸਭਾ ਦੇ ਹੁੰਦੇ ਉਹ ਕਿਹੜੀ ਕਮੇਟੀ ਹੈ ਜਿਸ ਦੇ ਵਿੱਚ ਕੀ ਹੈ ਲੋਕ ਸਭਾ ਦੇ ਮੈਂਬਰ ਹੁੰਦੇ ਨੇ ਅਗੇਨ ਸੇਮ ਹੋਈ is the opposition is the ruling party ये दोनों फाइनेंशियल कमेटीज ने ਇਹਨਾਂ ਦੇ ਮੈਂਬਰ ਇਲੈਕਟ ਕੀਤੇ ਜਾਂਦੇ ਨੇ ਇਹਨਾਂ ਦੋਨਾਂ ਕਮੇਟੀਆਂ ਦੇ ਮੈਂਬਰ ਚੁਣੇ ਜਾਂਦੇ ਨੇ ਤੇ ਚੇਅਰਮੈਨ ਨੋਮੀਨੇਟ ਕੀਤੇ ਜਾਂਦੇ ਨੇ ਸਪੀਕਰ ਦੇ ਦੁਆਰਾ ਦੇਖਿਆ ਨਾ ਮੈਂ ਸਪੀਕਰ ਲਿਖਿਆ ਇੱਥੇ ਵੀ ਸਪੀਕਰ ਲਿਖਿਆ ਇਹਨਾਂ ਦੋਨਾਂ ਕਮੇਟੀਆਂ ਦੇ ਜਿਹੜੇ ਮੈਂਬਰਸ ਨੇ ਉਹ ਇਲੈਕਟ ਕੀਤੇ ਜਾਂਦੇ ਨੇ ਤੇ ਚੇਅਰਮੈਨ ਹੈ ਉਸ ਨੂੰ ਨੋਮੀਨੇਟ ਕੀਤਾ ਜਾਂਦਾ ਸਪੀਕਰ ਦੇ ਦੁਆਰਾ कोई भी मिनिस्टर ना ही मैंबर बन सकता है कि ना ही चेयरमैन कहने का मतलब कौंसल ऑफ मिनिस्टर तो इलावा ਜਿਹੜੇ ਮੈਂਬਰ ਰਹਿ ਗਏ ਉਹਨਾਂ ਦਾ ਕੰਮ ਕੀ ਹੋਊਗਾ ਇਹਨਾਂ ਕਮੇਟੀਆਂ ਦੇ ਵਿੱਚ ਸ਼ਾਮਿਲ ਕਰਨਗੇ ਉਹ डन हो गया तो इकट्ठियां करवातियां दोनों चीजें
आगे कमेटी ऑन पब्लिक अंडरटेकिंग। ਇਹਦੇ ਵਿੱਚ ਕਿੰਨੇ ਮੈਂਬਰ ਹੁੰਦੇ ਨੇ 22 ਮੈਂਬਰ ਹੁੰਦੇ ਨੇ 7 ਕਿੱਥੋਂ ਆਉਣਗੇ ਰਾਜ ਸਭਾ ਤੋਂ ਤੇ 15 ਕਿੱਥੋਂ ਆਉਣਗੇ ਲੋਕ ਸਭਾ ਤੋਂ ਕਿੰਨੇ ਟਾਈਮ ਲਈ ਬਣਦੀ ਆ 1 ਸਾਲ ਲਈ ਬਣਦੀ ਹੈ ਇਹਨੂੰ ਸੀਪੀਯੂ ਕਹਾਂਗੇ सीपीयू यस इसके बारे में नहीं यस कमेटी ऑन पब्लिक अंडरटेकिंग के बारे में नहीं है तो कुल मिला के कहूंगा एग्जामिनर सेल क्वेश्चन बनाਉਂਦਾ ਜਿਹੜਾ ਕਿ ਬਹੁਤ ਪੁਰਾਣਾ क्वेश्चन है ਏਟ ਲਿਖਿਆ ਵਿੱਚੋਂ ਕਿਹੜੀ ਫਾਈਨੈਂਸ਼ੀਅਲ ਕਮੇਟੀ ਨਹੀਂ ਹੈ ਤਾਂ ਤਿੰਨ ਕਮੇਟੀ ਕਿਹਦੇ ਨੇ ਫਾਈਨੈਂਸ਼ੀਅਲ ਆਪਾਂ ਐਸਟੀਮੇਟ ਕਮੇਟੀ पब्लिक अकाउंट कमेटी ਤੇ ਕਮੇਟੀ ਔਨ ਪਬਲਿਕ ਅੰਡਰਟੇਕਿੰਗ ਤਿੰਨ ਫਾਈਨੈਂਸ਼ੀਅਲ ਕਮੇਟੀਆਂ ਨੇ ਕੋਈ ਇਸ ਤੋਂ ਇਲਾਵਾ ਫਾਈਨੈਂਸ਼ੀਅਲ ਕਮੇਟੀ ਨਹੀਂ ਹੈ ਤਾਂ ਇੱਕ ਬਾਹਰਲੀ ਹੋਏਗੀ ऑड वन आउट ਲਾਰਜੈਸਟ ਕਮੇਟੀ ਕਿਹੜੀ ਹੈ ट्विन सिस्टर कमेटी ਕਿਹੜੀ ਹੈ ਪੁੱਛ ਲੈਂਦੇ ਨੇ ਕਿ ਵੀ ਕਮੇਟੀ ਔਨ ਪਬਲਿਕ ਅੰਡਰਟੇਕਿੰਗ ਚ ਕਿੰਨੇ ਮੈਂਬਰ ਨੇ ਤੁਸੀਂ ਬੋਲ ਦਿਓ 22 एग्जामिनर ने पूछ लिया एस्टीमेट कमेटी ਚ ਕਿੰਨੇ ਮੈਂਬਰ ਨੇ ਤੁਸੀਂ ਬੋਲ ਦਿਓ 30 ਲੋਕ ਸਭਾ ਦੇ ਸਾਰੇ ਦੇ ਸਾਰੇ ਉਸ ਤੋਂ ਬਾਅਦ ਪੁੱਛ ਲਿਆ ਕਿ सॉरी पब्लिक अकाउंट कमेटी ਚ ਕਿੰਨੇ ਮੈਂਬਰ ਨੇ 22 ਨੇ ਤਾਂ ਆਪਾਂ ਸ਼ਾਰਟ ਦੇ ਵਿੱਚ ਦੇਖੋ ਕੀ ਲਿਖਾਂਗੇ ਐਸਟੀਮੇਟ ਕਮੇਟੀ ਕਿੰਨੇ ਨੇ 30 ਲੋਕ ਸਭਾ ਤੇ ਪਬਲਿਕ ਅਕਾਊਂਟ ਕਮੇਟੀ 22 ਜਿਸ ਦੇ ਵਿੱਚ ਕੀ ਆ राज्य सभा प्लस लोक सभा के मेंबर होंगे कितने होंगे थे 7 ऐसे कितने होंगे 15 उसके बाद सीपीयू ਇਹਦੇ ਵਿੱਚ ਕਿੰਨੇ ਮੈਂਬਰ ਹੋਣਗੇ राज्य सभा प्लस लोक सभा 7 प्लस 15 ये दोनों ट्विन सिस्टर ने ये भी इस तो बाहर है दोनों का काम सेम है ऑलमोस्ट ये समझिए उसके बाद सीपीयू है जिसके ਵਿੱਚ 22 ਮੈਂਬਰ ਨੇ ਇਸ 22 ਮੈਂਬਰ ਨੇ ਇਸ 30 ਮੈਂਬਰ ਤੇ ਤਿੰਨੇ ਦੀ ਤਿੰਨੇ ਹੈ ਕਿਨੇ ਫਾਈਨੈਂਸ਼ੀਅਲ ਕਮੇਟੀ ਲਾਰਜੈਸਟ ਕਮੇਟੀ ਕਿਹੜੀ ਹੈ ਨਾ ਤਿੰਨਾਂ ਤੋਂ ਯੈਸ ਇਹ ਜਿਸਦੇ ਵਿੱਚ ਲੋਕ ਸਭਾ ਦੇ ਸਾਰੇ ਮੈਂਬਰ ਨੇ ਇੱਕ ਸਾਲ ਵਾਸਤੇ ਬਣਦੀ ਹੈ ਇਹਨਾਂ ਦੇ ਚੇਅਰਮੈਨ ਨੂੰ ਨੋਮੀਨੇਟ ਕੌਣ ਕਰਦਾ स्पीकर करता ठीक है ਇਹਨਾਂ ਦਾ ਕੰਮ ਐਕਚੁਅਲੀ ਕੀ ਹੈ ਕਿ ਜਿਹੜੀ ਕੈਗ ਦੀ ਰਿਪੋਰਟਸ ਹੁੰਦੀਆਂ ਨੇ ਨਾ ਕੈਗ ਦੀਆਂ ਕੰਟਰੋਲਰ ਆਡੀਟਰ ਜਨਰਲ ਅੰਡਰ ਆਰਟੀਕਲ 148 ਕੈਗ ਲੇਖਾ ਜੋਖਾ ਆਪਣੇ ਭਾਰਤ ਦਾ ਬਣਾਉਂਦਾ ਹੈ ਨਾਲ ਹੀ ਰਾਜਾਂ ਦਾ ਵੀ ਬਣਾਉਂਦਾ ਹੈ ਆਪਣੀ ਰਿਪੋਰਟ ਕਿਸ ਨੂੰ ਸਬਮਿਟ ਕਰਵਾਉਂਦਾ ਹੈ ਕੈਗ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਦੀਆਂ ਜਿਹੜੀਆਂ ਉਹ ਜਮ੍ਹਾਂ ਕਰਵਾਉਣ ਤੋਂ ਬਾਅਦ ਅੱਗੇ ਜਾਂਦੀਆਂ ਨੇ ਇਹਨਾਂ ਕਮੇਟੀਆਂ ਕੋਲੇ ਇਹ ਨਿਰੀਖਣ ਕਰਦੇ ਨੇ in a short version done आगे जी कंसोलिडेटेड फंड ऑफ इंडिया के लिए आर्टिकल क्या 266 एक पब्लिक अकाउंट ऑफ इंडिया केड़े आर्टिकल चल गया 266 दो राइट उसके बाद कॉन्टीजेंसी
फंड ऑफ इंडिया कितने का आ गया 267। कंसोलिडेटेड फंड संविधान जो लिखा है 266। कंसोलिडेटेड फंड ਦੇ ਵਿੱਚ ਕੀ ਹੁੰਦੀ ਹੈ ਸਰਕਾਰ ਲੋਨ ਲੈਂਦੀ ਹੈ ਸਰਕਾਰ ਲੋਨ ਲੈਂਦੀ ਹੈ ਆਪਣੀ ਆਮਦਨੀ ਬਣਾਉਂਦੀ ਹੈ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਇਨਕਮ ਹੈ ਉਸ ਨੂੰ ਬਣਾਉਂਦੀ ਹੈ ਯੈਸ ਜਿੰਨੀਆਂ ਵੀ ਗ੍ਰਾਂਟਸ ਜਾਂਦੀਆਂ ਨੇ ਸਟੇਟਾਂ ਨੂੰ ਜਿੰਨੀਆਂ ਵੀ ਫਿਰ ਗ੍ਰਾਂਟਸ ਦੇ ਨਾਲ ਕੀ ਹੈ ਉਹ ਗ੍ਰਾਂਟਸ ਜਾਣਗੀਆਂ ਇਸ ਦੇ ਵਿੱਚ ਗ੍ਰਾਂਟਸ ਜਾਣਗੀਆਂ ਇਸ ਦੇ ਵਿੱਚੋਂ ਪਰ ਹਾਂ ਪਾਰਲੀਮੈਂਟ ਦੀ ਮਨਜ਼ੂਰੀ ਦੀ ਲੋੜ ਹੈ ਇਸ ਦੇ ਲਈ ਪਹਿਲਾਂ ਮਨਜ਼ੂਰੀ ਲੈਣੀ ਪਊਗੀ ਗ੍ਰਾਂਟ ਕਢਾਉਣ ਤੋਂ ਪਹਿਲਾਂ ਬਾਅਦ ਚੋਂ ਐਂਡ ਐਕਸਪੈਂਡੀਚਰ ਚਾਰਟ ਔਨ ਦੀ ਕੰਸੋਲੀਡੇਟਡ ਫੰਡ ਆਫ ਇੰਡੀਆ ਯੈਸ ਸਾਰੀ ਦੀ ਸਾਰੀ ਕਹਿੰਦੇ ਕੋਈ ਵੀ ਪੈਸਾ ਨਹੀਂ ਕਢਾਇਆ ਜਾ ਸਕਦਾ ਪਾਰਲੀਮੈਂਟ ਦੀ ਬਿਨਾਂ ਮਨਜ਼ੂਰੀ ਤੋਂ ਉਹ ਕਿਹੜਾ ਫੰਡ ਹੈ ਕੰਸੋਲੀਡੇਟਡ ਫੰਡ ਜਿਹੜੀ ਤਨਖਾਹਾਂ ਕਹੂੰਗਾ ਨਾ ਜਿਹੜੀ ਸੈਂਟਰ ਗਵਰਨਮੈਂਟ ਦੇ EMPLOYEES ਨੇ ਉਹਨਾਂ ਦੀ ਤਨਖਾਹ ਨੇ ਉਹ ਵੀ ਇਸ ਦੇ ਵਿੱਚ ਜਾਂਦੀ ਹੈ ਪਰ ਕਿਸ ਬਿੱਲ ਦੇ ਥਰੂ ਐਪਰੋਪ੍ਰੀਏਸ਼ਨ ਬਿੱਲ ਦੇ ਥਰੂ मतलब बजट ਦੇ ਨਾਲ ਨਾ ਜੁੜੇ ਹੁੰਦੇ ਨੇ ਇਹ ਬਿੱਲ ਕਿਉਂਕਿ ਬਜਟ ਦੇ ਵਿੱਚ ਕੀ ਆ ਬਜਟ ਸਾਲ ਦਾ ਪੇਸ਼ ਕਰਨਾ ਤਾਂ ਬਜਟ ਕਿੰਨੇ ਸਾਲ ਬਾਅਦ ਪੇਸ਼ ਕੀਤਾ ਜਾਂਦਾ ਹੈ ਹਰ ਸਾਲ ਬਾਅਦ ਹਰ ਸਾਲ ਦੀ ਜਿਹੜੀ ਇਨਕਮ ਹੁੰਦੀ ਹੈ ਉਸ ਬਜਟ ਦੇ ਨਾਲ ਇਹ ਅਟੈਚ ਕੀਤੇ ਹੁੰਦੇ ਨੇ ਨਾਲ ਜੁੜੇ ਹੁੰਦੇ ਨੇ ਇਹ बजट के नाल एक तां यह बिल अटैच किया जाता है ते एक केड़ा फाइनेंस बिल दो बिल अटैच किए जाते हैं बजट के नाल एक तां एप्रोप्रिएशन बिल ते उस तो बाद फाइनेंस बिल दो अटैच किए कौन इस टाइम इंपॉर्टेंट हो गई फोन बंद कर दो स्टार्ट हो गया आगे गाइस पब्लिक अकाउंट्स पब्लिक अकाउंट्स ऑफ इंडिया ਦੇ ਵਿੱਚ ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕੀ ਹੈ ਜਿਹੜੇ ਪੀਐਫ ਹੁੰਦੇ ਨੇ ਸਰਕਾਰੀ ਕਰਮਚਾਰੀਆਂ ਦੇ ਪੀਐਫ ਹੁੰਦੇ ਨੇ ਉਹ ਜਮਾ ਹੁੰਦੇ ਨੇ ਪਬਲਿਕ ਦੇ ਪੀਐਫ ਕਿਸ ਦੇ ਵਿੱਚ ਜਮਾ ਹੋਣਗੇ ਪਬਲਿਕ ਅਕਾਊਂਟ ਆਫ ਇੰਡੀਆ ਦੇ ਵਿੱਚ ਪੀਐਫ ਹੋ ਗਏ ਇਸ ਤੋਂ ਇਲਾਵਾ ਜੁਡੀਸ਼ੀਅਲ ਡਿਪੋਜ਼ਿਟ मतलब कि ਆਪਾਂ ਕੋਰਟ ਕਚਹਿਰੀ ਚ ਸੁਪਰੀਮ ਕੋਰਟ ਚ ਹਾਈ ਕੋਰਟ ਦੇ ਵਿੱਚ ਜਿਹੜੀ ਫੀਸਾਂ ਜਮਾ ਕਰਵਾਉਂਦੇ ਆ ਜ਼ਮਾਨਤ ਲੈਣੇ ਆ ਯੈਸ ਅਲਟੀਮੇਟਲੀ ਜੁਡੀਸ਼ੀਅਲ ਡਿਪੋਜ਼ਿਟ ਕਹਿੰਦਾ ਨਾਲ ਹੀ ਨਾਲ ਕੀ ਆ ਸੇਵਿੰਗ ਬੈਂਕ ਡਿਪੋਜ਼ਿਟ ਆਪਾਂ ਬੈਂਕਾਂ ਚ ਸੇਵਿੰਗ ਕਰਵਾਉਂਦੇ ਆ ਉਹ ਵੀ ਪਬਲਿਕ ਲੋਕਾਂ ਦਾ ਅਕਾਊਂਟ ਹੈ ਕਾਮਨ ਸੈਂਸ ਲਗਾਈਏ ਉੱਥੇ ਉਸ ਤੋਂ ਇਲਾਵਾ ਡਿਪਾਰਟਮੈਂਟ ਡਿਪੋਜ਼ਿਟ ਦਾ ਮਤਲਬ ਕੀ ਹੈਗਾ ਹੈ ਇੱਥੇ ਆਪਾਂ ਬਹੁਤ ਸਾਰੇ ਸਰਕਾਰੀ ਦਫ਼ਤਰਾਂ 'ਚ ਫੀਸਾਂ ਭਰਦੇ ਹਾਂ ਅਲੱਗ-ਅਲੱਗ ਚੀਜ਼ਾਂ ਦੀਆਂ ਕਿ ਵੀ ਇਸ ਫਾਰਮ ਦਾ ਇੰਨਾ ਕਹਿੰਦੇ ਰਜਿਸਟ੍ਰੇਸ਼ਨ ਕਰਵਾਉਣ ਦਾ ਇੰਨਾ ਹੋ ਗਿਆ ਆਪਾਂ ਨੇ ਕੀ ਕਹਿੰਦੇ ਨੇ ਕੀ ਕਰਵਾਉਣਾ ਨੇ ਕਰਦੀ ਰਜਿਸਟਰੀ ਹੋਰ ਬਹੁਤ ਸਾਰੇ ਛੋਟੇ-ਮੋਟੇ ਚੀਜ਼ਾਂ ਹੁੰਦੀਆਂ ਨੇ ਕਿ ਪਰਚੀ ਕਟਾਉਣੀ ਸਰਕਾਰੀ ਸਕੂਲ ਤੇ ਸਰਕਾਰੀ ਸਕੂਲਾਂ ਦੇ ਵਿੱਚ ਫੀਸਾਂ ਵੀ ਹੋਣਗੀਆਂ ਸਟਾਂਪ ਵਗੈਰਾ ਹੋ ਗਏ ਸਾਰਾ ਕੁਝ ਸਮਝੀ ਹੋਈ ਪਬਲਿਕ ਅਕਾਊਂਟ ਉਸ ਤੋਂ ਬਾਅਦ ਵਿਦੇਸ਼ਾਂ ਤੋਂ ਜਿਹੜੀ ਪੂੰਜੀ ਆਉਂਦੀ ਹੈ ਦੇਖੋ ਦੁਨੀਆ ਦੇ ਵਿੱਚ इंडिया पहले नंबर पे है कि जिथे की है विदेशों तो लोग पैसा भेजते हैं इंडिया पहले नंबर दूसरा नंबर चाइना इन्हें बोलते हैं रेमंडीज वो भी इसके पीछे क्यों होते हैं पब्लिक अकाउंट बैंकिंग ट्रांजैक्शन होंदियां ने अपनी पैसा कट लेंदे ने उस तो बाद अगर कॉन्टीजेंसी फंड इन्हें बोलांगे एमरजेंसी फंड इस दे विच कितना है इस टाइम
30,000 करोड़ रुपया। तो राष्ट्रपति बिना पार्लीमेंट की मंजूरी तो इस एडवांस पैसे कढ़वा सकता है। राष्ट्रपति की है कॉन्टीजेंसी फंड के विचों की है पैसे कढ़वा सकता है एमरजेंसी दौरान जो सरकार का एक्सपेंडिचर सर नहीं रहा घाटे च सरकार पैसा नहीं है किसी ऐ नहीं 30 का 30 कढ़वा लो जितना लोड़ है। ये गल करना 267 सेंटर की है 267 दो दिन स्टेट स्टेट कॉन्टीजेंसी फंड जिसको गवर्नर एडवांस कढ़वा सकता है बस। इसको बाद देखिए तो टर्म स्पीकर इंपॉर्टेंट वर्ड ये बहुत कंफ्यूज करता है। प्रो टर्म स्पीकर ऑलवेज है ना लोकसभा इसनो अपॉइंट कौन करता है राष्ट्रपति प्रो टर्म स्पीकर इसनो अपॉइंट कौन करूंगा राष्ट्रपति अपॉइंट करेगा प्रो टर्म स्पीकर ते प्रो टर्म स्पीकर केड़ा होएगा सीनियर मोस्ट मेंबर लोकसभा लोकसभा सीनियरिटी बेसिस ही या शी हो गई। इधर काम की oath to the newly elected Lok Sabha members presiding over the election of the new speaker। तो नवा स्पीकर आ गया था ये ऑटोमेटिकली चला जाएगा। सुनियो ध्यान से कहानी शॉर्ट वर्जन में बताता मैं। लोकसभा का जो स्पीकर है वो रूलिंग पार्टी का होगा रूलिंग पार्टी का होगा तो रूलिंग पार्टी के कितने साल होंगे ने 5 साल होंगे मतलब सरकार गई 5 साल पूरे हो गए स्पीकर भी नाल गया होगे स्पीकर कहना मैं जा रही वैसे स्पीकर की ड्यूटी की होती है कि जितनी देर तक ये अगला स्पीकर नहीं चुनिया जाता उतनी देर तक ही है ओथे बनया रहूगा। समझ रहे हो ना अंडरस्टैंड कर रहे हो रिस्पांस दे दो प्लीज एक बार ऐ तक समझा रहे क्योंकि ये समझाने की कोशिश कर रहे इजी वर्ड 5 साल वास्ते सरकार बनी है ते सरकार गई नाल सरकार दे की स्पीकर भी चला गया क्योंकि इस्तीफा दे सकता है किनु देगा वो डेप्यूटी स्पीकर डेप्यूटी स्पीकर ने इस्तीफा देके चला गया मतलब कि गद्दी खाली होगी किसदी लोकसभा के स्पीकर की। तो इस दौरान राष्ट्रपति कहूगा कि लोकसभा का सब लोग बड़ा मेंबर केड़ा चाहे ही होवे चाहे शी होवे सीनियर मोस्ट एज जे दो बंदियां दी एज बराबर होगी महीने देखे जाएंगे पॉइंट है भी कोई 2 महीने छोटा हो सकता है यस हो सकता है कोई 4 महीने 6 महीने 8 महीने हो सकता है यस जे इकट्ठे मिला के कुल मिला के चलो कि भी दो मेंबर ने जेडी की 55 55 दे रहे पर महीने ऊपर थले हो सकते हैं यस हो सकते हैं। इस हालात दे विच की राष्ट्रपति की अपॉइंट करेगा सीनियर मोस्ट मेंबर ऑफ द लोकसभा नु प्रो टर्म टेंपरेरी स्पीकर कह सकते हैं तो टेंपरेरी इन टर्म स्पीकर भी कह सकते हैं। तो यह काम की होएगा प्रो टर्म स्पीकर दा जेडे नवे मेंबर ने उन्हां नु समझ काना हुन राष्ट्रपति ही खड़ा रहूगा लगातार के भी आ जा इस करके एमपी ओखा काम ना सोच गानी जो एने सारे मेंबर चुने जाते हैं 500 आप कह दें इस टाइम 543 सीटां ने किन्ने घंटे किन्ने दिन लगते होंगे क्योंकि फ्रैंक सोचने की गल करिए जेन्युइनली ऐ थोड़ा कि भी आजा मेडल पाया चलो जी अगला आ गया फिर भी टाइम लग जाता
खड़ा रहता कौन, राष्ट्रपति का बैठा रहूगा, आ खड़ा रहूगा प्रोटेम स्पीकर ते चल सामने समझ पाऊगा ते नवे स्पीकर की चोण विच की है रोल अदा करूगा। प्रिसाइडिंग ओवर द इलेक्शन ऑफ द न्यू स्पीकर मतलब प्रधान की करूगा नवे स्पीकर की चोण दे लई। जिवें ही नवा स्पीकर मिल गया गया ਤਾਂ ओम बिरला तो पहला एक प्रो टर्म स्पीकर हैगा सी ਜਿਹੜਾ अपना 17वां स्पीकर बने ना ओम बिरला इस टाइम मोदी सरकार ਦਾ 17वां स्पीकर उस तो पहला एक प्रो टर्म स्पीकर सी मेरे नाम नहीं याद आ रहा होगा अंडर एस्टिमेट सॉरी जेपीएस यस 2019 लोकसभा इलेक्शन हुई 2019 इलेक्शन हुई लोकसभा की तब ओम बिरला के बनने तो पहला मेरे भी एक्चुअली समझ डन हो गया। इस तो बाद लिखवा रहा मैं प्राइम मिनिस्टर का सेक्रेटरीट एक्स्ट्रा कॉन्स्टिट्यूशनल बॉडी है गाइस वरिंदर कुमार ई फॉर वैन वरिंदर कुमार जी प्रो टर्म स्पीकर रही थी 2019 ਦੇ ਵਿੱਚ राष्ट्रपति जी ने अपॉइंट किया ठीक है टेम्परेरी बेसिस पे जिਵੇਂ ਹੀ ओम बिरला बने ਤਾਂ ਉਹ ਚਲੇ ਗਏ यस ਤਾਂ ਪੀਐਮ ਦਾ ਸੈਕਟਰੀਏਟ ਤਾਂ ਇਹ ਇੱਕ एक्स्ट्रा कॉन्स्टिट्यूशनल बॉडी है मतलब संविधान ਦੇ ਵਿੱਚ ਇਸ ਦੇ ਬਾਰੇ नहीं लिखा ਹੋਇਆ ਇਹਦਾ ਕੰਮ ਕੀ ਹੁੰਦਾ ਹੈ पीएम की मदद करनी है हेल्प करनी है ਉਹਦੇ ਕੰਮਾਂ ਨੂੰ ਕੀ ਸਮੂਥਲੀ ਚੱਲਣ ਵਾਸਤੇ ਇਹ ਕੇਮ ਇਨਟੂ ਫੋਰਸ ਕਦੋਂ ਹੋਇਆ ਸੀ 15 अगस्त 1947 ਨੂੰ ਬਣਿਆ ਸੀ ਤੇ 1977 ਜੂਨ 1977 तो यह किस नाम नाल जानिया जाता है पीएमओ पीएमओ यस यह की करता है जेडे ये सैक्रेटरीएट होंदे ने ना पीएम दे सकत्तर रखे होंदे ने बहुत सारे सलाह ते मशवरा देखो पीएम ने तो लोगों के सामने आके की है बनया बनाया भाषण की है अनाउंस करना होता है कि वो आप लिखता कि स्पीकर लिख के दूंगा कि राष्ट्रपति लिख के दूंगा बहुत बड़ी चेन है एडी की बड़ी चेन है कि तुम नहीं समझ सकते थे मैं भी नहीं समझ सकता पर इसको अंदाजा लगा सकते तो यह पीएमओ के जेडे सकत्तर ने प्राइम मिनिस्टर ऑफिस यह एड एंड एडवाइस दिंदे ने कैबिनेट नो भी थ्रू इट टू द पीएम एक एक्सपर्ट स्टाफ होंदा इन्हां दा काम की हुंदा इन्हां दा ऑब्जेक्टिव की होता निरीक्षण करना एनालाइज करना लीगली प्रोसेस द एडवाइस रेंडर्ड बाय द पीएम जेडी पीएम ना एडवाइस मांगदा कि ਆਪਾਂ ਇਹ ਚੀਜ਼ ਕਰ ਰਹੀ ਹੈ ਸਕੱਤਰ ਲੱਗ ਜਾਣਗੇ ਕੰਮਾਂ ਦੇ कि हाँ इसके फायदा की होगा लोग की सोचेंगे मार्केट पे की इफेक्ट होगा लोगों के मन च की होगा सारा कुछ एनालाइज कर लेंगे ते इत्थे अपने वर्गे आम लोग की गालां कट रहे होंगे ने आ स्कीम लगाती अच्छा आ अमेंडमेंट करती अच्छा आ सिलेंडर महंगा करता अच्छा बहुत मतलब कि यही मेन काम कर दी
ਤੇ ਇਸ ਪੀਐਮਓ ਨੂੰ ਨਾ ਜੋ ਸਥਾਪਿਤ ਕੀਤਾ ਗਿਆ ਹੈ ਉਹ ਗਵਰਨਮੈਂਟ ਆਫ ਇੰਡੀਆ ਦਾ ਰੂਲ ਹੈ ਐਲੋਕੇਸ਼ਨ ਆਫ ਬਿਜ਼ਨਸ 1961। देखो गवर्नमेंट ऑफ इंडिया के अंदर की है एलोकेशन मतलब कि वंड देना किस नु कमाकारां नु 1951 तजर्बेकार बंदे कहना पीएम का नमा बदलता रहता 5 साल बाद या फिर 10 साल बाद बदलूगा पर जेडे ये तजर्बेकार बैठे होंगे ना इन्होंने सब पता कि भी करना की पीएम ने कुछ नहीं करना एक पीछे बैक बॉडी है वो काम है डन गाइस जवाब दे दो प्लीज मैंने सुप्रीम कोर्ट की शुरुआत कर रहे हैं सुप्रीम सुप्रीम कोर्ट ऑफ इंडिया। तो पहला इसका हिस्टोरिकल बैकग्राउंड ये है हिस्टोरिकल बैकग्राउंड ये अपने भारत की पहली सुप्रीम कोर्ट अंडर रेगुलेटिंग एक्ट 1773 ਦੇ ਵਿੱਚ ਬਣੀ ਸੀ मतलब इस एक्ट ਦੇ ਵਿੱਚ ਕੀ है भारत की पहली सुप्रीम कोर्ट की गल की गई सी कि बनी कदों सी 74 ਚ किथे कलकत्ते से बनी सी भारत की पहली yes इस तो बाद अगला स्टेप देखिए अगला स्टेप नहीं होगा गवर्नमेंट ऑफ इंडिया एक्ट 1935 ये इसकी है फेडरल कोर्ट ऑफ इंडिया की स्थापना की गई फेडरल कोर्ट ऑफ इंडिया की स्थापना की गई जो असल ਦੇ ਵਿੱਚ 1937 ਦੇ ਵਿੱਚ came into force ਤੇ ਹਾਲਾਂਕਿ ਉਹ 1937 ਦੇ ਵਿੱਚ ਲਾਗੂ ਹੋਈ ਸੀ ਇਹ ਪੇਪਰ ਚ ਕੁਝ ਆ ਚੁੱਕਿਆ ਹੈ ਪੰਜਾਬ ਜਿਹੜੇ ਕਿ 2000 ਸੌਰੀ ਆਪਣੇ 2021 ਦੇ ਦਸੰਬਰ ਚ ਹੋਈ ਸੀ The Federal Court of India की स्थापना हुई 1935 ਦੇ ਐਕਟ ਦੇ ਅਕੋਰਡਿੰਗ ਤੇ ਉਹ 1937 ਦੇ ਵਿੱਚ came into force ਤੇ ਇਹ ਕਨਸੈਪਟ ਜੋ ਹੈ ਇਹ ਆਪਾਂ ਨੇ ਅਡਾਪਟ ਕਰ ਲਿਆ ਸੀ ਕਦੋਂ The Supreme Court of India was inaugurated 28 Jan it succeeded the Federal Court of India established by under the Government of India 1935 ਐਕਟ ਸੀ ਇੰਡੀਆ ਲਈ ਇਹ 28 जनवरी 1950 ਦੇ ਵਿੱਚ ਹੀ ਸਥਾਪਨਾ ਹੋਈ ਸੀ
तो कुल मिला के अपने भारत की पहली सुप्रीम कोर्ट ਜਿਹੜੀ ਬਣੀ ਸੀ ਕਲਕੱਤੇ 'ਚ ਬਣੀ ਸੀ 1773 ਦੇ ਐਕਟ ਦੇ ਅਕੋਰਡਿੰਗ ਕੇਮ ਇਨਟੂ ਫੋਰਸ 1774 ਉਸ ਤੋਂ ਬਾਅਦ 1935 ਦੇ ਵਿੱਚ ਕੀ ਹੈ ਫੈਡਰਲ ਕੋਰਟ ਆਫ ਇੰਡੀਆ ਦੀ ਸਥਾਪਨਾ ਕੀਤੀ ਗਈ ਜਿਹੜੀ ਕਿ ਕੇਮ ਇਨਟੂ ਫੋਰਸ 1937 ਤੇ ਇਹੀ ਕਨਸੈਪਟ ਆਪਾਂ ਨੇ ਅੱਗੇ ਜਾ ਕੇ ਕੀ ਹੈ ਅਡਾਪਟ ਕੀਤਾ ਜਿਵੇਂ ਕਿ ਤੁਹਾਨੂੰ ਪਤਾ ਆਪਣੇ ਸੰਵਿਧਾਨ ਦਾ 75% ਹਿੱਸਾ ਆਪਾਂ ਨੇ ਕਿਸ ਤੋਂ ਲਿਆ ਆਨਸਰ ਪਲੀਜ਼ यस 1935 अपने संविधान के ऊपर सब नालों ज्यादा इन्फ्लुएंस मतलब बोलते हैं इन्फ्लुएंस नु पंजाबी में प्रभाव किसका पिया 1935 ਦੇ ਐਕਟ ਦਾ ਪਿਆ ਤੇ ਆਪਣੇ ਸੁਪਰੀਮ ਕੋਰਟ ਬਣ ਗਈ ਸੀ 28 ਜਨਵਰੀ 1950 ਦਾ ਇਸ ਧਿਆਨ ਰੱਖਿਓ ਇੱਕ ਚੀਜ਼ ਦਾ ਜੇ ਪੀਐਸਸੀਬੀ ਠੀਕ ਹੈ ਪੀਐਸਸੀਬੀ ਦੀਆਂ ਕਿਤਾਬਾਂ 'ਚ ਲਿਖਿਆ ਹੋਇਆ 26 ਜਨਵਰੀ 1950 ਤਾਂ ਉਹਨੂੰ ਕਾਊਂਟ ਕਰਿਓ क्योंकि कल तुम क्लेम कर सकते हो 28 जनवरी पढ़िया क्योंकि कुछ स्टूडेंट्स ने कहा सर 26 जनवरी लिखा होगा पर जेडे सेंट्रल गवर्नमेंट के एग्जाम होंगे ने उसके विच 28 जनवरी ही आंदा है एक मैंने क्वेश्चन आप देखिया इवन कि आप अटेम्प्ट ये चीज को समझिए अंडरस्टैंड अपनी जो सुप्रीम कोर्ट है अपने भारत की उसकी शेप की है शेप की शेप की है pyramid pyramid means pyramid in the sense इन्हें मैं बटन नहीं कर सकता पर मैं ऐसे कहूंगा सुप्रीम कोर्ट हाई कोर्ट डिस्ट्रिक्ट कोर्ट चैन बन रही है चैन बन रही है ना यस चैन बन रही है पिरामिड शेप है ये भी क्वेश्चन आंदा है तो सुप्रीम का मतलब की है सर्वोच्च तो अपने भारत के सुप्रीम कोर्ट्स कितनियां ने कितनियां सुप्रीम कोर्ट्स ने अपने इंडिया दे विच एक ही है किथे है दिल्ली दे विच अंडर आर्टिकल 130 130 आर्टिकल ये वो शिफ्ट नहीं की जा सकती रिसेंटली किसी स्टूडेंट ने मेनू क्वेश्चन पूछा सीगा मेनू स्ट्राइक हो रहा पैलेस ऑफ जस्टिस किस हाई कोर्ट को कहा जाता है पैलेस ऑफ जस्टिस किस हाई कोर्ट को कहा जाता है पंजाब एंड हरियाणा हाई कोर्ट ठीक है शेयर किया है इंपॉर्टेंट है राइट हो गया और ऐसे में कुछ बहुत ही पासे लग गया तो दिमाग चेंज ना मतलब कंफ्यूज ना हो जाए जस्ट एक क्वेश्चन है एक ही जस्ट एक ही क्वेश्चन है अलग अपना सुप्रीम कोर्ट केडी पार्ट ਦੇ ਵਿੱਚ ਆਉਂਦਾ ਹੈ और पंजवीं ਦੇ ਵਿੱਚ ਕਿਹੜੇ ਆਰਟੀकल ਤੋਂ ਕਿਹੜੇ ਆਰਟੀकल 224 ਤੋਂ ਲੈ ਕੇ 147 ਤੱਕ ਆ ਲਿਖੋ ਪਹਿਲਾਂ ओरिजिनली इस दे विच किन्ने सी 1+7 सी 2009 ਦੇ ਵਿੱਚ ਕਿੰਨੇ ਕਰਦੇ ਸੀ देखो 1950 ਦੇ ਵਿੱਚ ਕੀ ਹੈ ਇਸ ਦੇ ਇੱਕ ਚੀਫ ਜਸਟਿਸ ਹੈ ਬਾਕੀ ਅਦਰ ਮੈਂਬਰਸ ਨੇ 2009 ਦੇ ਵਿੱਚ ਗਿਣਤੀ ਵੱਧ ਕੇ ਕਿੰਨੀ ਹੋ ਗਈ ਸੀ 1+3 31 ਹੋ ਗਈ ਤੇ 2019 ਦੇ ਵਿੱਚ ਕਿੰਨੇ ਹੋ ਗਏ 1+33 34 देखो केस बढ़ रहे हैं तो जल्दी से जरूरत नहीं है तो इस टाइम अपने सुप्रीम कोर्ट ਦੇ ਵਿੱਚ ਕਿੰਨੇ ਜੱਜ ਨੇ ਟੋਟਲ 34 ਲਿਖਦੀ ਹੋ एक मुखी है बाकी अदर जजेस ने ਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਵਧਾਉਣ ਦੀ ਸ਼ਕਤੀ ਕਿਸ ਕੋਲੇ ਹੈ ਦੱਸੋ ਜੀ ਦੋਨੇ ਪੀ ਆ ਗਏ ਆਪਣੇ ਭਾਰਤ ਦੇ ਵਿੱਚ ਕੀ ਹੈ ਜੱਜਾਂ ਦੀ ਗਿਣਤੀ ਨੂੰ ਵਧਾਉਣ ਦੀ ਸ਼ਕਤੀ ਕਿਸ ਕੋਲੇ ਹੈ the power to increase the number of judges in Supreme Court is within a parliament
not president parliament, ये क्वेश्चन है यूनिक। मैं कहना पाना चाहिए एग्जामिनर ਨੂੰ, सो दैट की है ਉੱਥੇ ਪਤਾ ਲੱਗ ਜਾਵੇ ਨਿਚੋੜ ਦਿਆ